ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਬਾਰੇ 'ਚ, ਜਿਹੜੀ ਆਪਣੀ ਪੰਜਾਬ ਦੀ ਪੀਪੀਐਸਸੀ ਹੈ ਉਹਦੇ ਬਾਰੇ ਗੱਲ ਕਰਾਂਗੇ। ਇਹਦੇ ਰੂਲਸ ਕੀ ਹੁੰਦੇ ਨੇ, ਕਿਵੇਂ ਅਪਾਇੰਟਮੈਂਟ ਹੁੰਦੀ ਹੈ ਚੇਅਰਮੈਨ ਦੀ, ਕਿਹੜੇ ਮੈਂਬਰ ਹੁੰਦੇ ਨੇ, ਕਿੰਨੇ ਸਾਲ ਦਾ ਟੈਨਿਓਰ ਹੁੰਦਾ ਹੈ। ਸੋ ਇਹ ਲਾਸਟ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਨਵੀਂ ਗਵਰਨਮੈਂਟ ਆਏਗੀ ਉਹ ਹੋ ਸਕਦਾ ਹੈ ਕਿ ਜਿਹੜੇ ਚੇਅਰਮੈਨ ਨੇ ਪੀਪੀਐਸਸੀ ਦੇ ਉਹਨੂੰ ਚੇਂਜ ਕਰਨਗੇ। ਸੋ ਨਵੀਂ ਗਵਰਨਮੈਂਟ ਹਮੇਸ਼ਾ ਹੀ ਕੀ ਕਰਦੀ ਹੈ ਕਿ ਜਿੰਨੇ ਵੀ ਹਾਇਰ ਅਫੀਸ਼ੀਅਲਸ ਹੁੰਦੇ ਨੇ ਉਹਨਾਂ ਨੂੰ ਚੇਂਜ ਕਰਦੀ ਹੈ, ਕਿਉਂਕਿ ਲਾਸਟ ਗਵਰਨਮੈਂਟ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਐਮ ਸੀ ਤਾਂ ਉਹਨਾਂ ਨੇ ਆਪਣੇ ਮਰਜ਼ੀ ਦੇ ਜਿਹੜੇ ਡੀਜੀਪੀ, ਚੀਫ ਸੈਕਟਰੀ ਜਾਂ ਹਾਇਰ ਅਫੀਸ਼ੀਅਲ ਸੀ ਉਹ ਲਾਏ ਸੀ। ਉਸ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਸੀਐਮ ਬਣੇ ਤਾਂ ਉਹਨਾਂ ਨੇ ਪੋਰਟਫੋਲੀਓ ਜਿਹੜੇ ਨੇ ਉਹ ਆਪਣੇ ਹਿਸਾਬ ਦੇ ਨਾਲ ਦਿੱਤੇ ਸੀ। ਅਸੀਂ ਪਹਿਲਾਂ ਤਾਂ ਜਿਹੜੇ ਮੰਤਰੀ ਸੀ ਉਹਨਾਂ ਦੇ ਪੋਰਟਫੋਲੀਓ ਚੇਂਜ ਹੋਏ ਸੀ, ਉਹਦੇ ਬਾਅਦ ਡੀਜੀਪੀ ਤੇ ਚੀਫ ਸੈਕਟਰੀ ਦੋਨੋਂ ਹੀ ਚੇਂਜ ਹੋਏ ਸੀ। ਤੇ ਜਿਹੜੇ ਅਟਾਰਨੀ ਜਨਰਲ ਸੀ ਉਹਨਾਂ ਵਾਸਤੇ ਵੀ ਬਹੁਤ ਰੌਲਾ ਪਿਆ ਸੀ ਕਿ ਸਿੱਧੂ ਨੇ ਕਿਹਾ ਸੀ ਅਟਾਰਨੀ ਜਨਰਲ ਉਹਨਾਂ ਦੀ ਮਰਜ਼ੀ ਦਾ ਲਾਇਆ ਜਾਵੇ। ਸੋ ਹਮੇਸ਼ਾ ਹੀ ਜਿਹੜੀ ਗਵਰਨਮੈਂਟ ਬਣਦੀ ਹੈ ਉਹ ਆਪਣੀ ਮਰਜ਼ੀ ਦੇ ਬੰਦੇ ਜਿਹੜੇ ਨੇ ਉਹ ਪੋਸਟਾਂ ਦੇ ਉੱਪਰ ਲਾਉਂਦੇ ਆ। ਸੋ ਜਿਹੜੇ ਉਹਨਾਂ ਦੀ ਮਰਜ਼ੀ ਦੇ ਨਹੀਂ ਹੁੰਦੇ ਉਹਨਾਂ ਨੂੰ ਫੁੱਡੇ ਲਾਈਨ ਵੀ ਲਾਇਆ ਜਾ ਸਕਦਾ। ਇਸੇ ਕਰਕੇ ਮੈਂ ਕਿਹਾ ਸੀ ਲਾਸਟ ਵੀਡੀਓ ਦੇ ਵਿੱਚ ਕਿ ਪੀਪੀਐਸਸੀ ਦੇ ਚੇਅਰਮੈਨ ਜਿਹੜੇ ਨੇ ਉਹ ਵੀ ਬਦਲੇ ਜਾ ਸਕਦੇ ਨੇ, ਕਿਉਂਕਿ ਹਰੇਕ ਗਵਰਨਮੈਂਟ ਦੇ ਜਿਹੜੇ ਸਪੋਰਟਿਵ ਬੰਦੇ ਹੁੰਦੇ ਨੇ ਉਹਨਾਂ ਨੂੰ ਹੀ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਨੇ। ਸੋ ਜੇਕਰ ਚੇਅਰਮੈਨ ਬਦਲਣਾ ਹੋਵੇ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਉਹਨੂੰ ਪ੍ਰੈਜ਼ੀਡੈਂਟ ਹੀ ਜਿਹੜੇ ਉਹ ਰਿਮੂਵ ਕਰ ਸਕਦੇ ਨੇ, ਉਹਦੇ ਕੋਲ ਜ਼ਬਰਦਸਤੀ ਰਿਜ਼ਾਈਨ ਵੀ ਕਰਵਾਇਆ ਜਾਂਦਾ ਹੈ। ਸੋ ਇਸ ਕਰਕੇ ਜਿਹੜੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਰੂਲ ਨੇ, ਇੱਕ ਵਾਰੀ ਮੈਂ ਤੁਹਾਨੂੰ ਉਹ ਡਿਟੇਲ ਦੇ ਵਿੱਚ ਦੱਸ ਦਿੰਦਾ ਹਾਂ। ਇਹ ਲక్ష్ਮੀਕਾਂਤ ਦੀ ਇੰਡੀਅਨ ਪੋਲਿਟੀ ਬੁੱਕ ਹੈ ਜਿਹਦਾ ਚੈਪਟਰ ਨੰਬਰ ਹੈ 36, ਜਿਹਦੇ ਵਿੱਚ ਹੈ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸੋ ਇਹਦੇ ਵਿੱਚ ਜਿਹੜੇ ਰੂਲ ਨੇ ਉਹ ਅਸੀਂ ਮੋਟੇ-ਮੋਟੇ ਦੇਖ ਲੈਂਦੇ ਹਾਂ ਕਿ ਕਿਹੜੇ ਰੂਲ ਨੇ। ਸੋ ਕਿਹੜੀ ਚੀਜ਼ ਜਿਹੜੀ ਹੈ ਉਹ ਪੇਪਰ ਦੇ ਵਿੱਚ ਪੁੱਛੀ ਵੀ ਜਾ ਸਕਦੀ ਹੈ। ਸੋ ਦੋਨੋਂ ਪਰਸਪੈਕਟਿਵ ਦੇ ਨਾਲ ਅਸੀਂ ਚੱਲਾਂਗੇ ਕਿ ਐਗਜ਼ਾਮ ਦੇ ਵਿੱਚ ਕਿਹੜੀ ਚੀਜ਼ ਜ਼ਰੂਰੀ ਹੈ, ਸੋ ਰੀਅਲ ਲਾਈਫ ਦੇ ਵਿੱਚ ਕਿਹੜੇ ਪਰਸਪੈਕਟਿਵ ਅੱਗੇ ਸਾਹਮਣੇ ਆ ਸਕਦੇ ਨੇ। ਸੋ ਪਹਿਲਾਂ ਅਸੀਂ ਬੁੱਕਿਸ਼ ਦੇਖਦੇ ਹਾਂ ਕਿ ਬੁੱਕ ਦੇ ਵਿੱਚ ਕੀ ਲਿਖਿਆ ਹੈ, ਕਿਹੜੇ ਕੁਐਸਚਨ ਸਾਨੂੰ ਪੁੱਛੇ ਜਾ ਸਕਦੇ ਨੇ ਇਸ ਚੈਪਟਰ ਦੇ ਵਿੱਚੋਂ। ਸੋ ਇਹ ਛੋਟਾ ਜਿਹਾ ਚੈਪਟਰ ਹੈ, 4 ਪੇਜਾਂ ਦਾ ਇਹ ਚੈਪਟਰ ਹੈ। ਸੋ ਇਹਦੇ ਵਿੱਚੋਂ ਵੇਖ ਲੈਂਦੇ ਹਾਂ ਕਿ ਸਾਡੇ ਵਾਸਤੇ ਕਰੈਕਟਸ ਕੀ ਨਿਕਲਦਾ ਆ, ਕਿਹੜੇ ਟੌਪਿਕ ਕੁਐਸਚਨ ਜਿਹੜੇ ਨੇ ਉਹ ਪੇਪਰ ਦੇ ਵਿੱਚ ਬਣ ਸਕਦੇ ਨੇ। ਸੋ ਪਹਿਲੇ ਨੰਬਰ ਤੇ ਆ ਕਿ ਕਿਹੜੇ ਆਰਟੀਕਲਸ ਨੇ ਜਿਹੜੇ ਕਨਸਟੀਟਿਊਸ਼ਨ ਦੇ, ਕਿਉਂਕਿ ਇਹ ਕਨਸਟੀਟਿਊਸ਼ਨਲ ਬਾਡੀ ਹੈ। ਪਹਿਲੀ ਗੱਲ ਤਾਂ ਇਹ ਡਿਫਾਈਨ ਹੈ ਕਿ ਕਨਸਟੀਟਿਊਸ਼ਨਲ ਬਾਡੀ ਹੈ। ਸੋ ਜੇਕਰ ਇਹ ਕਨਸਟੀਟਿਊਸ਼ਨਲ ਬਾਡੀ ਹੈ ਸਟੇਟ ਪਬਲਿਕ ਸਰਵਿਸ ਕਮਿਸ਼ਨ, ਸੋ ਇਹਦੀ ਇਹ ਕਨਸਟੀਟਿਊਸ਼ਨ ਦੇ ਵਿੱਚ ਵੀ ਕਿਸੇ ਆਰਟੀਕਲ ਦੇ ਵਿੱਚ ਡਿਫਾਈਨ ਹੋਏਗਾ, ਇਹਦੇ ਰੂਲ ਡਿਫਾਈਨਡ ਹੋਣਗੇ। ਸੋ ਇੱਕ ਤਾਂ ਕੁਐਸਚਨ ਇਹ ਬਣਦਾ ਹੈ ਕਿ ਇਹਦੇ ਆਰਟੀਕਲ ਜਿਹੜੇ ਨੇ ਉਹ ਕਿਹੜੇ ਨੇ, ਕਿਹੜੇ ਆਰਟੀਕਲ ਦੇ ਤਹਿਤ ਇਹ ਪੀਪੀਐਸਸੀ ਦੇ ਜਿਹੜੀ ਆ ਉਹ ਕਨਸਟੀਟਿਊਸ਼ਨ ਹੁੰਦੀ। ਸੋ ਸਾਰੇ ਰੂਲ ਜਿਹੜੇ ਨੇ ਇਹਦੇ ਉਹ ਆਰਟੀਕਲਸ ਦੇ ਵਿੱਚ ਦਿੱਤੇ ਨੇ। ਇਹਦੇ ਆਰਟੀਕਲ ਨੇ ਆਰਟੀਕਲ ਨੰਬਰ 315 ਤੋਂ ਲੈ ਕੇ 323। ਸੋ ਆਰਟੀਕਲ ਨੰਬਰ 315 ਤੋਂ 323 ਇਹ ਯੂਪੀਐਸਸੀ ਵੀ ਇਹਨਾਂ ਆਰਟੀਕਲਸ ਦੇ ਵਿੱਚ ਹੀ ਆਉਂਦਾ ਹੈ। ਸੋ ਸਟੇਟ ਦੇ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਨੇ ਉਹ ਵੀ ਇਹਨਾਂ ਆਰਟੀਕਲਸ ਦੇ ਵਿੱਚ ਹੀ ਆਉਂਦਾ ਹੈ। ਸੋ ਇਹ ਕਨਸਟੀਟਿਊਸ਼ਨ ਬਾਡੀਜ਼ ਨੇ, ਇਹ ਆਉਂਦੀਆਂ ਨੇ ਆਰਟੀਕਲ 315 ਤੋਂ 323 ਦੇ ਵਿੱਚ ਇਨ ਪਾਰਟ 14। ਸੋ 14 ਨੰਬਰ ਪਾਰਟ ਹੈ। ਇਹਨਾਂ ਆਰਟੀਕਲਸ ਦੇ ਵਿੱਚ ਕੀ ਡਿਫਾਈਨ ਕੀਤਾ ਗਿਆ ਹੈ ਕਿ ਕੰਪੋਜੀਸ਼ਨ ਕੀ ਹੋਏਗੀ ਕਮਿਸ਼ਨ ਦੀ, ਕਿੰਨੇ ਮੈਂਬਰ ਜਿਹੜੇ ਨੇ ਉਹਦੇ ਅਫੀਸ਼ੀਅਲ ਹੋਣਗੇ, ਕਿਵੇਂ ਅਪਾਇੰਟਮੈਂਟ ਹੋਣੀ ਹੈ, ਕਿਵੇਂ ਰਿਮੂਵਲ ਹੋਣੀ ਹੈ। ਸੋ ਪਾਵਰਸ ਕੀ ਨੇ, ਫੰਕਸ਼ਨਸ ਕੀ ਨੇ, ਤੇ ਇੰਡੀਪੈਂਡੈਂਸ ਜਿਹੜੀ ਆ ਉਹ ਡਿਫਾਈਨ ਕੀਤੀ ਹੋਏਗੀ ਇਹਦੇ ਵਿੱਚ ਇਹਨਾਂ ਆਰਟੀਕਲਸ ਦੇ ਵਿੱਚ। ਸੋ ਅਸੀਂ ਇਹ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਕੀ ਲਿਖਿਆ ਇਹਦੇ ਵਿੱਚ। ਕੰਪੋਜੀਸ਼ਨ ਜਿਹੜੀ ਆ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੀ ਉਹ ਕੀ ਹੋ ਸਕਦੀ ਆ। ਸੋ ਇਹਦੇ ਵਿੱਚ ਇਹ ਆ ਕਿ ਇੱਕ ਚੇਅਰਮੈਨ ਹੋ ਸਕਦਾ ਆ। ਸੋ ਕਮਿਸ਼ਨ ਦਾ ਇੱਕ ਚੇਅਰਮੈਨ ਹੋਏਗਾ, ਇਹ ਸਿੰਗਲ ਪੋਸਟ ਹੋਏਗੀ ਚੇਅਰਮੈਨ ਦੀ। ਸੋ ਇਹਦੇ ਨਾਲ ਕੀ ਆ, ਅਦਰ ਮੈਂਬਰਸ ਜਿਹੜੇ ਨੇ ਉਹ ਵੀ ਹੋਣਗੇ ਜਿਨ੍ਹਾਂ ਨੂੰ ਅਪਾਇੰਟ ਕੀਤਾ ਜਾਏਗਾ ਗਵਰਨਰ ਆਫ ਦਾ ਸਟੇਟ ਵੱਲੋਂ, ਨਾਟ ਪ੍ਰੈਜ਼ੀਡੈਂਟ। ਇੱਥੇ ਗਵਰਨਰਸ ਨੂੰ ਪਾਵਰ ਦਿੱਤੀਆਂ ਨੇ ਕਿ ਗਵਰਨਰ ਹਰ ਸਟੇਟ ਦੇ ਜਿਹੜੇ ਨੇ ਉਹ ਆਪਣੀ ਸਟੇਟ ਦੇ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਆ ਉਹਨੂੰ ਅਪਾਇੰਟ ਕਰ ਸਕਦੇ ਨੇ, ਉਹਦੇ ਚੇਅਰਮੈਨ ਨੂੰ ਤੇ ਉਹਦੇ ਅਦਰ ਮੈਂਬਰਸ ਨੂੰ। ਸੋ ਇੱਕ ਤਾਂ ਚੇਅਰਮੈਨ ਹੋ ਗਏ, ਬਾਕੀ ਮੈਂਬਰ ਕਿਹੜੇ ਹੋ ਸਕਦੇ ਨੇ ਜਾਂ ਕਿੰਨੇ ਹੋ ਸਕਦੇ ਨੇ। ਸੋ ਇਹ ਕਨਸਟੀਟਿਊਸ਼ਨ ਦੇ ਵਿੱਚ ਕੋਈ ਦਿੱਤਾ ਨਹੀਂ ਹੈ ਕਿ ਕਿੰਨੇ ਮੈਂਬਰ ਹੋਰ ਹੋ ਸਕਦੇ ਨੇ। ਸੋ ਗਵਰਨਰ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਮੈਂਬਰ ਬਣਾ ਸਕਦੇ ਨੇ। ਸੋ ਹੋ ਸਕਦਾ ਹੈ ਕਿ 5 ਮੈਂਬਰ ਬਣਾਉਣ, ਹੋ ਸਕਦਾ ਹੈ 7 ਮੈਂਬਰ ਬਣਾਉਣ। ਸੋ ਇਹ ਗਵਰਨਰ ਦੀ ਡਿਸਕ੍ਰਿਸ਼ਨ ਹੈ ਕਿ ਕਿੰਨੇ ਮੈਂਬਰ ਹੋਰ ਰੱਖਣੇ ਨੇ। ਸੋ ਚੇਅਰਮੈਨ ਇੱਕ ਹੋਏਗਾ। ਸੋ ਇਹਦੇ ਵਿੱਚ ਇੱਕ ਕੰਡੀਸ਼ਨ ਦਿੱਤੀ ਹੈ ਕਿ ਕੁਆਲੀਫਿਕੇਸ਼ਨ ਜਿਹੜੀ ਮੈਂਬਰਸ ਦੀ ਹੈ ਉਹ ਕੋਈ ਨਹੀਂ ਰੱਖੀ ਗਈ, ਬਟ ਇਹ ਹੈ ਕਿ ਜਿਹੜੇ 1/2 ਨੇ, ਅੱਧੇ ਮੈਂਬਰ ਨੇ, ਜੇਕਰ 6 ਮੈਂਬਰ ਰੱਖੇ ਨੇ ਤਾਂ ਉਹਨਾਂ ਦੇ ਵਿੱਚੋਂ 3 ਮੈਂਬਰ ਜਿਹੜੇ ਨੇ ਉਹਨਾਂ ਨੇ ਆਪਣੇ 10 ਸਾਲ ਜਿਹੜੇ ਨੇ ਉਹ ਗਵਰਨਮੈਂਟ ਸਰਵਿਸ ਦੇ ਵਿੱਚ ਲਾਏ ਹੋਣ। ਸੋ ਕਿਸੇ ਆਫਿਸ ਦੇ ਵਿੱਚ ਉਹਨਾਂ ਨੇ 10 ਸਾਲ ਲਾਏ ਹੋਣ। ਸੋ 3 ਮੈਂਬਰ ਜਿਹੜੇ ਨੇ ਉਹ ਕੋਈ ਵੀ ਰੱਖੇ ਜਾ ਸਕਦੇ ਨੇ, ਉਹ ਪੋਲੀਟੀਕਲ ਵੀ ਹੋ ਸਕਦੇ ਨੇ, ਉਹ ਕੋਈ ਯੂਥ ਵਿੰਗ ਦਾ ਵੀ ਰੱਖ ਸਕਦੇ ਨੇ, ਉਹ ਕਿਸੇ ਵੀ ਮੈਂਬਰ ਨੂੰ ਜਿਹਨੂੰ ਵੀ ਮੈਂਬਰ ਬਣਾਉਣਾ ਆ ਸੋ ਉਹਨੂੰ ਹੀ ਇਹ ਮੈਂਬਰਸ਼ਿਪ ਦਿੱਤੀ ਜਾ ਸਕਦੀ ਹੈ ਪੋਲੀਟੀਕਲੀ। ਸੋ ਗਵਰਨਰ ਜਿਹੜੇ ਨੇ ਉਹ ਐਕਟ ਕਰਦੇ ਨੇ ਐਡਵਾਈਸ ਆਫ ਸੀਐਮ ਤੇ। ਸੋ ਇਹ ਸਾਰਾ ਕੰਮ ਜਿਹੜਾ ਆ ਪੋਲੀਟੀਕਲ ਹੈ। ਇਹਨਾਂ ਦੇ ਚੇਅਰਮੈਨ ਰੱਖਣ ਦਾ, ਇਹਨਾਂ ਦੇ ਮੈਂਬਰ ਜਿਹੜੇ ਨੇ ਅਪਾਇੰਟ ਕਰਨ ਦਾ ਸਾਰਾ ਕੰਮ ਪੋਲੀਟੀਕਲ ਆ। ਸੋ ਇਹ ਰੀਅਲ ਲਾਈਫ ਦੇ ਵਿੱਚ ਅਸੀਂ ਦੇਖਿਆ ਹੈ ਕਿ ਕਿਹਨੂੰ ਚੇਅਰਮੈਨ ਲਾਉਣਾ ਹੈ, ਕਿਹਨੂੰ ਮੈਂਬਰ ਬਣਾਉਣਾ ਹੈ ਪੀਪੀਐਸਸੀ ਦਾ। ਸੋ ਅਸੀਂ ਰੀਅਲ ਲਾਈਫ ਦੇ ਵਿੱਚ ਦੇਖਿਆ ਹੈ, ਸਾਡੇ ਆਲੇ ਦੁਆਲੇ ਦੇ ਨੇ ਜਿਹੜੇ ਪੋਲੀਟੀਕਲ
ਮੈਂਬਰਸ਼ਿਪ ਰੱਖਦੇ ਨੇ, ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਡ ਨੇ ਉਹਨਾਂ ਨੂੰ ਹੀ ਇਹਨਾਂ ਦਾ ਮੈਂਬਰ ਬਣਾਇਆ ਜਾਂਦਾ ਆ। 1/2 ਜਿਹੜੇ ਨੇ ਮੈਂਬਰ ਉਹ ਰੱਖੇ ਜਾਂਦੇ ਨੇ ਜਿਨ੍ਹਾਂ ਨੇ 10 ਸਾਲ ਸਰਵਿਸ ਦੇ ਵਿੱਚ ਲਾਏ ਹੋਣ। ਸੋ ਉਹ ਜਨਰਲੀ ਲਾਏ ਜਾਂਦੇ ਨੇ ਜਿਹੜੇ ਰਿਟਾਇਰਡ ਅਫੀਸ਼ੀਅਲਸ ਹੁੰਦੇ ਨੇ, ਜਿੰਨੇ ਵੀ 50% ਬਣਦੇ ਨੇ ਉਹ ਰਿਟਾਇਰਡ ਜਿਹੜੇ ਨੇ ਉਹਨਾਂ ਨੂੰ ਲਾਇਆ ਜਾਂਦਾ ਹੈ। ਸੋ ਚੇਅਰਮੈਨ ਦੀ ਜਿਹੜੀ ਟਰਮ ਹੈ ਉਹ 6 ਸਾਲ ਦੀ ਹੁੰਦੀ ਹੈ ਜਾਂ ਮੈਕਸਿਮਮ ਉਹ 62 ਸਾਲ ਜਦੋਂ ਤੱਕ ਉਹ ਅਟੇਨ ਨਾ ਕਰ ਲੈਣ। ਸੋ ਦੋਨਾਂ ਦੇ ਵਿੱਚੋਂ ਜਿਹੜੀ ਵੀ ਚੀਜ਼ ਪਹਿਲਾਂ ਹੋਊਗੀ ਉਹ ਮੰਨੀ ਜਾਏਗੀ। ਜੇਕਰ 62 ਸਾਲ ਪਹਿਲਾਂ ਹੋਗੇ ਤਾਂ ਉਹ 62 ਸਾਲ ਤੱਕ ਹੀ ਉਹ ਜਿਹੜੀ ਚੇਅਰਮੈਨੀ ਕਰਨਗੇ। ਜੇਕਰ 5 ਸਾਲ ਜਾਂ 6 ਸਾਲ ਉਹਨਾਂ ਦੇ ਪਹਿਲਾਂ ਹੋਗੇ ਤਾਂ ਉਹ 6 ਸਾਲ ਤੱਕ ਕਰਨਗੇ। ਸੋ ਦੋਨਾਂ ਦੇ ਵਿੱਚੋਂ ਜਿਹੜੀ ਚੀਜ਼ ਪਹਿਲਾਂ ਹੋ ਜਾਂਦੀ ਹੈ ਉਸ ਪੀਰੀਅਡ ਤੱਕ ਇਹ ਜਿਹੜਾ ਹੈ ਉਹ ਚੇਅਰਮੈਨ ਰਹਿ ਸਕਦੇ ਨੇ। ਇਹਨਾਂ ਨੂੰ ਅਪਾਇੰਟ ਗਵਰਨਰ ਵੱਲੋਂ ਕੀਤਾ ਜਾਂਦਾ ਹੈ। ਇਹ ਆਪਣਾ ਰੈਜ਼ਿਗਨੇਸ਼ਨ ਵੀ ਗਵਰਨਰ ਨੂੰ ਹੀ ਦਿੰਦੇ ਨੇ। ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਵੀ ਕੋਈ ਚੇਅਰਮੈਨ ਚੇਂਜ ਕਰਨਾ ਹੈ ਤਾਂ ਉਹਦੀ ਟੈਨਿਓਰ ਪੂਰੀ ਹੋਣੀ ਚਾਹੀਦੀ ਹੈ, ਤਾਂ ਕਿ ਉਹਨੂੰ ਪੋਲੀਟੀਕਲੀ ਵੀ ਪ੍ਰੈਸ਼ਰਾਈਜ਼ ਕਰਾ ਕੇ ਉਹਦੇ ਕੋਲੋਂ ਰਿਜ਼ਾਈਨ ਲਿਆ ਜਾ ਸਕਦਾ ਹੈ। ਸੋ ਅਦਰਵਾਈਜ਼ ਇਹਨੂੰ ਪਾਵਰਸ ਨੇ ਕਿ ਪ੍ਰੈਜ਼ੀਡੈਂਟ ਉਹਨੂੰ ਰਿਮੂਵ ਕਰ ਸਕਦੇ ਨੇ। ਕਦੀ ਵੀ ਅਸੀਂ ਦੇਖਿਆ ਨਹੀਂ ਹੈ ਕਿ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਇੰਪੀਚਮੈਂਟ ਅਜੇ ਤੱਕ ਇੰਡੀਆ ਦੇ ਵਿੱਚ ਕੀਤੀ ਹੋਵੇ। ਪ੍ਰੈਜ਼ੀਡੈਂਟ ਵੱਲੋਂ ਅਜੇ ਤੱਕ ਜਦੋਂ ਦੀ ਆਪਣੀ ਇੰਡੀਪੈਂਡੈਂਸ ਹੋਈ ਹੈ ਕਿਸੇ ਨੂੰ ਵੀ ਇੰਪੀਚ ਨਹੀਂ ਕੀਤਾ ਗਿਆ। ਸੋ ਇਸ ਕਰਕੇ ਇੰਪੀਚਮੈਂਟ ਜਿਹੜੀ ਆ ਬਹੁਤ ਵਾਰੀ ਨਹੀਂ ਹੁੰਦੀ। ਜਿਹੜੀ ਵੀ ਗਵਰਨਮੈਂਟ ਚੇਂਜ ਹੁੰਦੀ ਆ ਉਹ ਪੁਰਾਣੇ ਮੈਂਬਰ ਕੋਲੋਂ ਰਿਜ਼ਾਈਨ ਦਵਾ ਦਿੰਦੀ ਹੈ ਤੇ ਆਪਣਾ ਨਵਾਂ ਮੈਂਬਰ ਜਿਹੜਾ ਰੱਖ ਲੈਂਦੀ ਹੈ। ਸੋ ਚੇਅਰਮੈਨ ਜਿਹੜਾ ਹੈ ਉਹਦੇ ਤੋਂ ਰਿਜ਼ਾਈਨ ਕਰਵਾ ਕੇ ਨਵਾਂ ਮੈਂਬਰ ਰੱਖਿਆ ਜਾ ਸਕਦਾ ਹੈ ਜੇਕਰ ਕੋਈ ਉਹਨਾਂ ਨੂੰ ਪ੍ਰੋਬਲਮ ਲੱਗੇ ਕਿ ਸਾਡੀ ਗਵਰਨਮੈਂਟ ਦੀ ਪਾਲਿਸੀਜ਼ ਦੇ ਅਗੇਂਸਟ ਚੱਲ ਰਿਹਾ ਹੈ। ਸੋ ਇਹ ਵੀ ਇੱਕ ਪੋਲੀਟੀਕਲ ਡਿਸੀਜਨ ਹੈ। ਜ਼ਰੂਰੀ ਨਹੀਂ ਹੈ ਕਿ ਉਹ ਚੇਂਜ ਹੀ ਕਰਨ। ਇਹ ਪੁਰਾਣਾ ਜਿਹੜਾ ਚੇਅਰਮੈਨ ਹੈ ਉਹਦੇ ਨਾਲ ਵੀ ਕੰਮ ਚਲਾ ਸਕਦੇ ਨੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤੇ ਡੀਜੀਪੀ ਜਿਹੜੇ ਸੀ ਉਹ ਪੁਰਾਣੇ ਰੱਖੇ ਗਏ ਸੀ। ਸੋ ਇਹ ਜ਼ਰੂਰੀ ਨਹੀਂ ਹੈ ਕਿ ਚੇਂਜ ਹੋਣੇ ਨੇ। ਸੋ ਇਹ ਪ੍ਰੋਬੇਬਿਲਿਟੀ ਹੁੰਦੀ ਹੈ ਕਿ ਨਵੀਂ ਗਵਰਨਮੈਂਟ ਆਪਣੇ ਹਿਸਾਬ ਦੇ ਨਾਲ ਆਪਣੇ ਬੰਦੇ ਰੱਖਦੇ ਨੇ। ਸੋ ਇਹਦੇ ਵਿੱਚ ਕੰਡੀਸ਼ਨ ਵੀ ਦਿੱਤੀ ਹੈ ਕਿ ਗਵਰਨਰ ਜਿਹੜੇ ਨੇ ਉਹ ਐਕਟਿੰਗ ਚੇਅਰਮੈਨ ਨੂੰ ਅਪਾਇੰਟ ਕਰ ਸਕਦੇ ਨੇ। ਐਕਟਿੰਗ ਚੇਅਰਮੈਨ ਮਤਲਬ ਜਿਹੜਾ ਕਿ ਚੇਅਰਮੈਨ ਦਾ ਕੰਮ ਕਰੇਗਾ ਇਨ ਐਬਸੈਂਸ ਆਫ ਚੇਅਰਮੈਨ, ਔਰ ਜਦੋਂ ਗਵਰਨਰ ਨੂੰ ਲੱਗੇ ਕਿ ਪੁਰਾਣਾ ਜਿਹੜਾ ਚੇਅਰਮੈਨ ਹੈ ਉਹ ਕੰਮ ਨਹੀਂ ਕਰ ਰਿਹਾ ਢੰਗ ਦੇ ਨਾਲ ਤਾਂ ਉਹ ਐਕਟਿੰਗ ਚੇਅਰਮੈਨ ਨੂੰ ਲਾ ਦਿੰਦੇ ਨੇ। ਇਸ ਕੇਸ ਦੇ ਵਿੱਚ ਜ਼ਿਆਦਾਤਰ ਚੇਅਰਮੈਨ ਜਿਹੜੇ ਨੇ ਉਹ ਆਪਣਾ ਰਿਜ਼ਾਈਨ ਦੇ ਜਾਂਦੇ ਨੇ ਕਿਉਂਕਿ ਉਹ ਪਪਟ ਦੀ ਤਰ੍ਹਾਂ ਰਹਿ ਜਾਂਦੇ ਨੇ। ਜਿਹੜੀ ਰਿਮੂਵਲ ਹੈ ਚੇਅਰਮੈਨ ਦੀ ਉਹ ਪ੍ਰੈਜ਼ੀਡੈਂਟ ਵੱਲੋਂ ਕੀਤੀ ਜਾਂਦੀ ਹੈ। ਉਹਦੇ ਵਿੱਚ ਇਹ ਹੈ ਕਿ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਰਿਮੂਵ ਕਰ ਸਕਦੇ ਨੇ। ਬਟ ਕੁਝ ਕੇਸਿਸ ਦੇ ਵਿੱਚ, ਜਿਸ ਕੇਸ ਦੇ ਵਿੱਚ ਮਿਸਬਿਹੇਵੀਅਰ ਹੋਵੇ ਜਾਂ ਉਹ ਗੱਲ ਨਾ ਮੰਨੀ ਜਾਂਦੀ ਹੋਵੇ ਗਵਰਨਮੈਂਟ ਦੀ, ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੂੰ ਰੈਫਰ ਕੀਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਇਹਦੀ ਇਨਕੁਆਇਰੀ ਕਰਕੇ ਉਹਨਾਂ ਨੂੰ ਰਿਮੂਵ ਕਰਨ। ਤੇ ਜਦੋਂ ਤੱਕ ਇਹ ਇਨਕੁਆਇਰੀ ਚੱਲਦੀ ਹੈ ਤੇ ਗਵਰਨਰ ਜਿਹੜੇ ਨੇ ਉਹ ਆਪਣੇ ਐਕਟਿੰਗ ਚੇਅਰਮੈਨ ਨੂੰ ਲਾ ਸਕਦੇ ਨੇ। ਸੋ ਹੁਣ ਇੱਕ ਕੌਨਸਟੀਟਿਊਸ਼ਨਲ ਬਾਡੀ ਹੈ, ਇਹਦੀ ਇੱਕ ਇੰਡੀਪੈਂਡੈਂਸ ਰੱਖੀ ਗਈ ਹੈ ਜਿਵੇਂ ਜੁਡੀਸ਼ਰੀ ਦੀ ਇੰਡੀਪੈਂਡੈਂਸ ਹੈ। ਸੋ ਇਸੇ ਤਰ੍ਹਾਂ ਹੀ ਇਹਦੀ ਇੰਡੀਪੈਂਡੈਂਸ ਰੱਖੀ ਗਈ ਹੈ ਕਿ ਇਹ ਇੰਡੀਪੈਂਡੈਂਟ ਕੰਮ ਕਰੇਗੀ ਗਵਰਨਮੈਂਟ ਜਾਂ ਪੋਲੀਟੀਕਲ ਇਨਫਲੂਐਂਸ ਤੋਂ। ਉਹਦੇ ਵਾਸਤੇ ਕੀ ਕੰਡੀਸ਼ਨਸ ਰੱਖੀਆਂ ਗਈਆਂ ਨੇ ਕਿ ਇੱਕ ਤਾਂ ਇਹਦੀ ਰਿਮੂਵਲ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਵੱਲੋਂ ਰੱਖੀ ਗਈ ਹੈ ਤਾਂ ਕਿ ਇਹਦਾ ਜਿਹੜਾ ਟੈਨਿਓਰ ਹੈ ਜਿਹੜਾ 6 ਸਾਲ ਹੈ ਜਾਂ 62 ਇਅਰਸ ਹੈ ਉਹ ਅਟੇਨ ਹੋ ਜਾਵੇ ਤੇ ਬਾਰ-ਬਾਰ ਜਿਹੜਾ ਇਹਨੂੰ ਚੇਅਰਮੈਨ ਨੂੰ ਚੇਂਜ ਕਰਨਾ ਹੈ ਉਹ ਨਾ ਕੀਤਾ ਜਾਵੇ। ਬਟ ਬਹੁਤ ਕੇਸਾਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਆਪ ਹੀ ਰਿਜ਼ਾਈਨ ਕਰ ਜਾਂਦੇ ਨੇ। ਸੋ ਸੈਕੰਡ ਇਹ ਆ ਕਿ ਇਹਦੀ ਜਿਹੜੀ ਅਪਾਇੰਟਮੈਂਟ ਹੋ ਗਈ ਇੱਕ ਵਾਰੀ ਤਾਂ ਉਹਦੀ ਜਿਹੜੀ ਐਲੀਜੀਬਿਲਿਟੀ ਆ ਉਹਨੂੰ ਦੁਬਾਰਾ ਚੈਲੰਜ ਨਹੀਂ ਕੀਤਾ ਜਾ ਸਕਦਾ। ਜੇਕਰ ਇੱਕ ਵਾਰੀ ਗਵਰਨਰ ਨੇ ਉਹਨੂੰ ਅਕਸੈਪਟ ਕਰ ਲਿਆ, ਅਪਾਇੰਟਮੈਂਟ ਹੋ ਗਈ ਹੈ, ਤਾਂ ਉਹਨੂੰ ਦੁਬਾਰਾ ਚੈਲੰਜ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਪੈਨਸ਼ਨਸ ਜਾਂ ਸੈਲਰੀਜ਼ ਹੁੰਦੀਆਂ ਨੇ ਉਹ ਕੰਸੋਲੀਡੇਟਡ ਫੰਡ ਆਫ ਦਾ ਸਟੇਟ ਦੇ ਵਿੱਚੋਂ ਇਹਨਾਂ ਨੂੰ ਡਰੌਪ ਕੀਤੇ ਜਾਂਦੇ ਨੇ। ਸੋ ਸਟੇਟ ਗਵਰਨਮੈਂਟ ਦਾ ਜਿਹੜਾ ਕੰਸੋਲੀਡੇਟਡ ਫੰਡ ਹੈ ਉਹਦੇ ਵਿੱਚੋਂ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਸੋ ਇਹਦੇ ਜਿਹੜੇ ਚੇਅਰਮੈਨ ਨੇ ਪੀਪੀਐਸਸੀ ਦੇ ਜਾਂ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ, ਇਹ ਯੂਪੀਐਸਸੀ ਦੇ ਵਿੱਚ ਅੱਗੇ ਚੇਅਰਮੈਨੀ ਵਾਸਤੇ ਐਲੀਜੀਬਲ ਹੁੰਦੇ ਨੇ। ਬਟ ਇਹ ਰੀਅਪਾਇੰਟਮੈਂਟ ਇਹਨਾਂ ਦੀ ਜਿਹੜੀ ਹੈ ਸੇਮ ਪੀਪੀਐਸਸੀ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਜਿਹੜੇ ਮੈਂਬਰ ਹੋਣਗੇ ਕਮਿਸ਼ਨ ਦੇ ਉਹ ਵੀ ਯੂਪੀਐਸਸੀ ਦੇ ਵਿੱਚ ਮੈਂਬਰ ਬਣ ਸਕਦੇ ਨੇ ਬਟ ਉਹ ਕਿਸੇ ਗਵਰਨਮੈਂਟ ਸਰਵਿਸ ਨੂੰ ਨਹੀਂ ਕਰ ਸਕਦੇ। ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਸਰਵਿਸ ਜਿਹੜੀ ਹੈ ਉਹ ਨਹੀਂ ਕਰ ਸਕਦੇ, ਉਹਦੇ ਵਾਸਤੇ ਐਲੀਜੀਬਲ ਨਹੀਂ ਹੁੰਦੇ। ਸੋ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਫੰਕਸ਼ਨਸ ਨੇ ਉਹ ਕਿਹੜੇ ਨੇ, ਮੋਟੇ-ਮੋਟੇ ਫੰਕਸ਼ਨ ਅਸੀਂ ਦੇਖ ਲੈਂਦੇ ਆ। ਪਹਿਲਾਂ ਤਾਂ ਇਹ ਹੈ ਕਿ ਐਗਜ਼ਾਮੀਨੇਸ਼ਨ ਕੰਡਕਟ ਕਰਾਉਂਦੇ ਨੇ ਕੋਈ ਵੀ, ਜੇ ਗਰੁੱਪ ਬੀ ਦੀ ਹੋਵੇ। ਸੋ ਗਰੁੱਪ ਬੀ ਜਾਂ ਗਰੁੱਪ ਏ ਦੀ ਵੀ ਕਰਾ ਸਕਦੇ ਨੇ। ਜਿਹੜੇ ਸਟੇਟ ਲੈਵਲ ਦੇ ਕੈਡਰ ਹੁੰਦੇ ਨੇ ਉਹਨਾਂ ਦੇ ਵਿੱਚ ਗਰੁੱਪ ਏ ਤੇ ਗਰੁੱਪ ਬੀ ਦੀ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਵਾਸਤੇ ਰਿਕਰੂਟਮੈਂਟ ਕਰਦੇ ਨੇ, ਉਹਨਾਂ ਦਾ ਐਗਜ਼ਾਮ ਕੰਡਕਟ ਕਰਾਉਂਦੇ ਨੇ। ਜਿਹੜੇ ਸਟੇਟ ਦੇ ਸਿਵਲ ਸਰਵਿਸਿਜ਼ ਹੁੰਦੇ ਨੇ ਉਹਨਾਂ ਦੀ ਰਿਕਰੂਟਮੈਂਟ ਕਰਦੇ ਨੇ। ਜਿਹੜੀ ਪ੍ਰਮੋਸ਼ਨਸ ਹੁੰਦੀਆਂ ਨੇ ਇੱਕ ਸਰਵਿਸ ਤੋਂ ਦੂਜੀ ਸਰਵਿਸ ਦੇ ਵਿੱਚ ਟ੍ਰਾਂਸਫਰਸ ਹੁੰਦੀਆਂ ਨੇ, ਜਾਂ ਜਿਹੜੇ ਪੀਪੀਐਸਸੀ ਦੇ ਵਿੱਚ ਪੀਸੀਐਸ ਪ੍ਰਮੋਟ ਵੀ ਹੁੰਦੇ ਨੇ ਉਹ ਵੀ ਇਹਨਾਂ ਵੱਲੋਂ ਹੀ ਕੀਤੇ ਜਾਂਦੇ ਨੇ। ਜਿਹੜੇ ਸਟੇਟ ਦੇ ਸਿਵਲ ਸਰਵੈਂਟਸ ਨੇ ਉਹਨਾਂ ਦੀ ਟ੍ਰਾਂਸਫਰ ਜਾਂ ਡੈਪੂਟੇਸ਼ਨ ਹੈ ਉਹ ਵੀ ਇਹਨਾਂ ਵੱਲੋਂ ਹੀ ਕੀਤੀ ਜਾਂਦੀ ਹੈ। ਜਿਹੜੀ ਐਲੀਜੀਬਿਲਿਟੀ ਹੈ ਉਹ ਵੀ ਦੇਖੀ ਜਾਂਦੀ ਹੈ ਤੇ ਰਿਕਮੈਂਡ ਵੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਜਿਹੜੇ ਡਿਸਪਲਿਨਰੀ ਮੈਟਰਸ ਹੁੰਦੇ ਨੇ ਜਿਹਦੇ ਵਿੱਚ ਇਨਕੁਆਇਰੀ ਹੁੰਦੀ ਹੈ ਜਾਂ ਉਹਦੇ ਵਿੱਚ ਕੋਈ ਇੰਕਰੀਮੈਂਟ ਰੋਕੀ ਜਾਂਦੀ ਹੈ ਜਾਂ ਪ੍ਰਮੋਸ਼ਨ ਰੋਕੀ ਜਾਂਦੀ ਹੈ, ਇਹੋ ਜਿਹੇ ਕੇਸ ਵੀ ਜਿਹੜੇ ਨੇ ਉਹ ਪੀਪੀਐਸਸੀ ਨੂੰ ਰੈਫਰ ਕੀਤੇ ਜਾਂਦੇ ਨੇ। ਇਹਦੇ ਬਾਅਦ ਜੇਕਰ ਕੋਈ ਲੀਗਲ ਇਹਦੇ ਤੇ ਐਕਸ਼ਨ ਆਉਂਦਾ ਹੈ ਰਿਕਰੂਟਮੈਂਟ ਤੇ ਤਾਂ ਉਹ ਲੀਗਲ ਜਿਹੜੇ ਕੇਸ ਨੇ ਉਹ ਵੀ ਪੀਪੀਐਸਸੀ ਵੱਲੋਂ ਹੀ ਲੜੇ ਜਾਂਦੇ ਨੇ। ਜਾਂ ਹੋਰ ਵੀ ਕੋਈ ਕੰਮ ਜਿਹੜੇ ਨੇ ਜੇ ਗਵਰਨਰ ਨੂੰ ਅਸਾਈਨ ਕਰਦੇ ਨੇ ਤਾਂ ਉਹ ਪੀਪੀਐਸਸੀ ਵੱਲੋਂ ਕੀਤੇ ਜਾਂਦੇ ਨੇ। ਸੋ ਇਹਨਾਂ ਦੀਆਂ ਲਿਮਿਟੇਸ਼ਨਸ ਕੀ ਨੇ, ਕਿਹੜੀਆਂ ਚੀਜ਼ਾਂ ਦੇ ਵਿੱਚ ਪੀਪੀਐਸਸੀ ਨੂੰ ਜਾਂ ਸਟੇਟ ਪਬਲਿਕ ਸਰਵਿਸ ਕਮਿਸ਼ਨ ਨੂੰ ਅਪਾਇੰਟ
ਜਾਂ ਕੰਸਲਟ ਨਹੀਂ ਕੀਤਾ ਜਾਂਦਾ। ਸੋ ਇਹਦੇ ਵਿੱਚ ਹੈ ਕਿ ਜਦੋਂ ਵੀ ਕੋਈ ਪੰਜਾਬ ਸਟੇਟ ਨੇ ਜਾਂ ਕਿਸੇ ਵੀ ਸਟੇਟ ਨੇ ਕੋਈ ਪਾਲਿਸੀ ਬਣਾਉਣੀ ਹੁੰਦੀ ਹੈ, ਰਿਜ਼ਰਵੇਸ਼ਨ ਪਾਲਿਸੀ ਬਣਾਉਣੀ ਹੈ, ਤਾਂ ਉਹਦੇ ਵਿੱਚ ਇਹਨਾਂ ਨੂੰ ਕੰਸਲਟ ਨਹੀਂ ਕੀਤਾ ਜਾਂਦਾ। ਜਦੋਂ ਵੀ ਕੋਈ ਰਿਜ਼ਰਵੇਸ਼ਨ ਪਾਲਿਸੀ ਬਣਾਉਣੀ ਹੈ ਜਿਹਦੇ ਵਿੱਚ ਫੇਵਰ ਕਰਨਾ ਹੈ ਕਿਸੇ ਪੋਸਟ ਨੂੰ, ਬੈਕਵਰਡ ਕਲਾਸ ਨੂੰ, ਤਾਂ ਉਹ ਇਹਨਾਂ ਨੂੰ ਕੰਸਲਟ ਨਹੀਂ ਕੀਤਾ ਜਾਂਦਾ। ਜਦੋਂ ਸ਼ਡਿਊਲ ਕਾਸਟ ਜਾਂ SC STs ਨੂੰ ਅਪਾਇੰਟਮੈਂਟ ਕਰਨਾ ਹੁੰਦਾ ਆ, ਉਹਦੇ ਵਾਸਤੇ ਪਾਲਿਸੀ ਬਣਾਉਣੀ ਹੈ ਕਿ ਕਿੰਨੇ % ਰਿਜ਼ਰਵੇਸ਼ਨ ਰੱਖਣੀ ਹੈ, ਤਾਂ PPSC ਨੂੰ ਕੰਸਲਟ ਨਹੀਂ ਕੀਤਾ ਜਾਂਦਾ। ਸੋ ਇਹਨਾਂ ਦਾ ਰੋਲ ਕੀ ਹੈ? ਰੋਲ ਇਹਨਾਂ ਦਾ ਇਹੀ ਹੈ ਕਿ ਵਾਚ ਟਾਕ ਕਰਨ ਕਿ ਮੈਰਿਟ ਦੇ ਬੇਸ ਤੇ ਜਿਹੜੀ ਰਿਕਰੂਟਮੈਂਟ ਹੈ ਉਹ ਹੋ ਜਾਵੇ, ਤੇ ਇਹ ਰਿਕਮੈਂਡ ਕਰਦੇ ਨੇ ਪਰਸੋਨਲ ਡਿਪਾਰਟਮੈਂਟ ਨੂੰ ਕਿ ਆਹ ਵਾਲੇ ਬੱਚੇ ਨੇ, ਇਹਨਾਂ ਦੀ ਅਸੀਂ ਇੰਟਰਵਿਊ ਲਈ, ਐਗਜ਼ਾਮ ਲਿਆ ਹੈ ਤੇ ਇਹ ਐਲੀਜੀਬਲ ਨੇ ਫॉर ਅਪਾਇੰਟਮੈਂਟ। ਦੈਨ ਇਹ ਰਿਕਮੈਂਡ ਕਰਕੇ ਪਰਸੋਨਲ ਡਿਪਾਰਟਮੈਂਟ ਨੂੰ ਭੇਜਦੇ ਨੇ। ਪਰਸੋਨਲ ਡਿਪਾਰਟਮੈਂਟ ਅੱਗਿਓਂ ਅਪਾਇੰਟਮੈਂਟ ਲੈਟਰ ਜਾਰੀ ਕਰਦਾ ਹੈ। ਸੋ ਅਸੀਂ ਦੇਖਿਆ ਹੈ ਕਿ PPSC ਦਾ ਜਾਂ ਸਟੇਟ ਸਰਵਿਸ ਕਮਿਸ਼ਨ ਦਾ ਜਿਹੜਾ ਰੋਲ ਹੈ ਉਹ ਡਿਸਪਲਿਨਰੀ ਐਕਸ਼ਨਸ ਦੇ ਵਿੱਚ ਰੱਖਿਆ ਗਿਆ ਹੈ, ਬਟ ਜਦੋਂ ਦਾ ਵਿਜੀਲੈਂਸ ਕਮਿਸ਼ਨ ਆ ਗਿਆ ਤੇ ਇਹਦਾ ਰੋਲ ਜਿਹੜਾ ਉਹ ਲਿਮਿਟਡ ਹੋ ਗਿਆ ਅਪਾਇੰਟਮੈਂਟ ਵਾਸਤੇ। ਸੋ ਜਿਹੜੇ ਡਿਸਪਲਿਨਰੀ ਮੈਟਰਸ ਨੇ ਉਹਨਾਂ ਨੂੰ ਵਿਜੀਲੈਂਸ ਕਮਿਸ਼ਨ ਵੱਲੋਂ ਵੀ ਰੈਫਰ ਕੀਤਾ ਜਾਂਦਾ ਹੈ ਜਾਂ ਉਹਨਾਂ ਵੱਲੋਂ ਹੀ ਟੇਕਅਪ ਕੀਤਾ ਜਾਂਦਾ ਹੈ। ਸੋ ਇਹਦੇ ਬਾਅਦ ਹੈ ਕਿ ਜਿਹੜੀਆਂ ਜੁਡੀਸ਼ੀਅਲ ਰਿਕਰੂਟਮੈਂਟ ਹੁੰਦੀਆਂ ਨੇ, ਜਿਵੇਂ PCSJ ਦੀ ਰਿਕਰੂਟਮੈਂਟ ਹੁੰਦੀ ਹੈ, ਜਿਹੜੇ ਜੱਜਸ ਬਣਦੇ ਨੇ, ਸੋ ਉਹਨਾਂ ਦੀ ਰਿਕਰੂਟਮੈਂਟ ਵੀ ਇਹਨਾਂ ਵੱਲੋਂ ਕਰਵਾਈ ਜਾ ਸਕਦੀ ਹੈ। ਤੇ ਉਹਦੇ ਬਾਅਦ ਹੈ ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸੋ ਇੱਕ ਤਾਂ ਆਪਾਂ ਦੇਖ ਲਿਆ UPSC ਜਿਹੜਾ ਸੈਂਟਰ ਦੇ ਪੋਸਟਾਂ ਨੂੰ ਡੀਲ ਕਰਦਾ ਹੈ, ਇੱਕ ਅਸੀਂ ਸਟੇਟ ਦਾ ਦੇਖ ਲਿਆ ਸਟੇਟ ਪਬਲਿਕ ਸਰਵਿਸ ਕਮਿਸ਼ਨ। ਹੁਣ ਇੱਕ ਹੈ ਸੈਂਟਰ ਦਾ ਜਾਂ ਸਟੇਟ ਦਾ, ਕਿਸੇ ਦਾ ਵੀ ਨਹੀਂ ਹੈ, ਜੁਆਇੰਟ ਹੈ, 2 ਜਾਂ 3 ਸਟੇਟਾਂ ਦਾ ਜੁਆਇੰਟ ਕਮਿਸ਼ਨ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸੋ ਇਹ ਪਾਵਰਸ ਨੇ ਪਾਰਲੀਮੈਂਟ ਕੋਲ। ਜਦੋਂ ਵੀ ਪਾਰਲੀਮੈਂਟ ਦੇ ਵਿੱਚ ਕੋਈ ਐਕਟ ਪਾਸ ਹੋਏਗਾ ਇਹੋ ਜਿਹਾ, ਤਾਂ ਹੀ ਇਹ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਬਣ ਸਕਦਾ ਹੈ। ਪੰਜਾਬ ਐਂਡ ਹਰਿਆਣਾ ਹੈ ਜਿਵੇਂ, ਇਹਨਾਂ ਵਾਸਤੇ ਵੀ ਇੱਕ ਸ਼ਾਰਟ ਟਾਈਮ ਵਾਸਤੇ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਰਿਹਾ ਸੀ, ਉਹਦੇ ਬਾਅਦ ਇਹਨਾਂ ਦੇ ਅੱਡ-ਅੱਡ ਹੋ ਗਏ ਸੀ। ਸੋ ਜਿਵੇਂ ਪੰਜਾਬ ਦਾ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਦਾ ਹਾਈ ਕੋਰਟ ਸੇਮ, ਇਸੇ ਤਰ੍ਹਾਂ ਪਬਲਿਕ ਸਰਵਿਸ ਕਮਿਸ਼ਨ ਵੀ ਇਹਨਾਂ ਦਾ ਪਹਿਲਾਂ ਸੇਮ ਸੀ, ਕੁਝ ਟਾਈਮ ਵਾਸਤੇ ਰਿਹਾ ਆ, ਬਾਅਦ ਦੇ ਵਿੱਚ ਇਹਨਾਂ ਦੇ ਸੈਪਰੇਟ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਹੈ ਉਹ ਬਣ ਗਏ ਸੀ। ਸੋ ਇਹਨਾਂ ਦੀਆਂ ਪਾਵਰਸ ਤੇ ਡਿਊਟੀ ਵੀ ਸੇਮ ਹੀ ਨੇ, ਬਟ ਇਹਨਾਂ ਦੇ ਵਿੱਚ ਇਹ ਆ ਕਿ ਅਪਾਇੰਟਮੈਂਟ ਜਿਹੜੀ ਆ ਉਹ ਜਿਵੇਂ UPSC ਦੇ ਵਿੱਚ ਕੀਤੀ ਜਾਂਦੀ ਹੈ, ਇਹਦੇ ਵਿੱਚ ਵੀ UPSC ਵਾਂਗੂ ਪ੍ਰੈਜ਼ੀਡੈਂਟ ਵੱਲੋਂ ਕੀਤੀ ਜਾਏਗੀ, ਤੇ ਰਿਮੂਵਲ ਵੀ ਤੇ ਰੈਜ਼ਿਗਨੇਸ਼ਨ ਵੀ ਪ੍ਰੈਜ਼ੀਡੈਂਟ ਨੂੰ ਦਿੱਤਾ ਜਾਏਗਾ। ਸੋ ਇੱਕ ਛੋਟਾ ਜਿਹਾ ਚੈਪਟਰ ਸੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਦਾ, ਜਿਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਨੇ ਕਿ ਅਪਾਇੰਟਮੈਂਟ ਕਿਵੇਂ ਹੁੰਦੀ ਹੈ, ਉਹਦੇ ਵਿੱਚ ਕਿੰਨੇ ਮੈਂਬਰਸ ਹੋ ਸਕਦੇ ਨੇ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਕਿੰਨਾ ਟੈਨਿਓਰ ਹੋ ਸਕਦਾ ਹੈ, ਕੀ ਫੰਕਸ਼ਨਸ ਨੇ, ਕੀ ਰੋਲ ਨੇ, ਕੀ ਲਿਮਿਟੇਸ਼ਨਸ ਨੇ, ਸੋ ਕਿੱਥੇ ਉਹਨਾਂ ਨੇ ਐਕਟ ਕਰਨਾ ਹੈ, ਕਿੱਥੇ ਉਹਨਾਂ ਨੇ ਐਕਟ ਨਹੀਂ ਕਰਨਾ। ਸੋ ਇਹਦੇ ਵਿੱਚ ਇਹ ਹੈ ਕਿ ਸਾਰੀਆਂ ਚੀਜ਼ਾਂ ਅਪਾਇੰਟਮੈਂਟ ਦੇ ਵਿੱਚ ਪੋਲੀਟੀਕਲ ਹੁੰਦੀਆਂ ਨੇ। ਜੇ ਅਸੀਂ ਰੀਅਲ ਲਾਈਫ ਦੇ ਵਿੱਚ ਦੇਖੀਏ ਤਾਂ ਜਿਹੜੇ ਰਮਨ ਬਹਿਲ ਸੀ ਉਹਨਾਂ ਦੀ ਵੀ ਜਿਹੜਾ ਟੈਨਿਓਰ ਸੀ ਉਹ ਖਤਮ ਨਹੀਂ ਸੀ ਹੋਇਆ, ਬਟ ਉਹ ਐਡਵਾਂਸ ਦੇ ਵਿੱਚ ਹੀ ਰਿਜ਼ਾਈਨ ਕਰਕੇ ਪੋਲੀਟੀਕਲ ਜਿਹੜੇ ਐਫੀਲੀਏਸ਼ਨ ਕਰਕੇ ਉਹ ਕਿਸੇ ਪਾਰਟੀ ਦੇ ਨਾਲ ਜੁੜ ਗਏ। ਸੋ ਜ਼ਰੂਰੀ ਨਹੀਂ ਹੈ ਕਿ ਜਿਹੜੇ ਚੇਅਰਮੈਨ ਨੇ ਉਹ ਆਪਣੇ 62 ਸਾਲ ਜਾਂ 6 ਸਾਲ ਦਾ ਟੈਨਿਓਰ ਪੂਰਾ ਕਰਕੇ ਹੀ ਜਾਣ, ਉਹਨਾਂ ਵੱਲੋਂ ਰਿਜ਼ਾਈਨ ਵੀ ਦੇ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਜਾਂ ਹੋਰ ਕਿਸੇ ਨੂੰ ਚੇਅਰਮੈਨ ਬਣਾਇਆ ਜਾ ਸਕੇ। ਸੋ ਇਹ ਰੀਅਲ ਲਾਈਫ ਦੇ ਵਿੱਚ ਚੀਜ਼ਾਂ ਨੇ। ਸੋ ਰੀਅਲ ਲਾਈਫ ਦੇ ਵਿੱਚ ਜਦੋਂ ਤੁਸੀਂ ਅਖਬਾਰ ਪੜ੍ਹਦੇ ਹੋ ਜਾਂ ਕਰੰਟ ਅਫੇਅਰ ਦੇਖਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਚੀਜ਼ਾਂ ਰੀਅਲ ਲਾਈਫ ਦੇ ਵਿੱਚ ਇਸ ਤਰ੍ਹਾਂ ਚੱਲਦੀਆਂ ਨੇ। ਸੋ ਕੋਈ ਵੀ ਕਨਫਿਊਜ਼ਨ ਹੋਵੇ ਜਾਂ ਕੋਈ ਵੀ ਚੀਜ਼ ਨੂੰ ਰੈਫਰ ਕਰਨਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ, ਜਾਂ ਮੇਰੇ ਵੱਲੋਂ ਕੋਈ ਚੀਜ਼ ਗਲਤ ਦੱਸੀ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ, ਤਾਂ ਆਪਾਂ ਡਿਸਕਸ ਵੀ ਕਰ ਸਕਦੇ ਹਾਂ ਉਹਨੂੰ। ਸੋ ਹੋਪ ਇਹ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਕਿਤੇ ਨਾ ਕਿਤੇ ਕੰਮ ਆਵੇਗੀ। ਸੋ ਆਲ ਦਾ ਬੈਸਟ ਸਾਰਿਆਂ ਨੂੰ। ਥੈਂਕ ਯੂ ਵੈਰੀ ਮਚ।